ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਜਨਮ ਤੋਂ ਹੀ ਨਾਗਰਿਕਤਾ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਲਈ ਸੀ, US 'ਚ ਭੀੜ ਲਗਾਉਣ ਦੇ ਲਈ ਨਹੀਂ, ਟਰੰਪ। ਖੁਸ਼ਖਬਰੀ, ਭਾਰਤੀਆਂ ਨੂੰ ਰੂਸ 'ਚ ਮਿਲੇਗੀ ਵੀਜ਼ਾ ਫ੍ਰੀ ਐਂਟਰੀ। ਅਮਰੀਕਾ ਜਹਾਜ਼ ਹਾਦਸੇ 'ਚ ਸਾਰੇ 64 ਲੋਕਾਂ ਦੀ ਮੌਤ, ਰਾਸ਼ਟਰਪਤੀ ਟਰੰਪ ਨੇ ਜਤਾਇਆ ਦੁੱਖ। ਅਮਰੀਕਾ ਦੀਆਂ ਟੈਰਿਫ ਧਮਕੀਆਂ ਦਾ ਮੁਕਾਬਲਾ ਕਰਨ ਲਈ BC ਸਰਕਾਰ ਹਰਕਤ 'ਚ ਆਈ। ਕੈਨੇਡਾ ਦੇ ਵਿੱਚ ਜਬਰੀ ਵਸੂਲੀ ਦੇ ਮਾਮਲੇ 'ਚ ਭਾਰਤੀ ਸਣੇ 2 ਕਾਬੂ। ਬਰੈਂਪਟਨ ਸਿਟੀ ਵੱਲੋਂ ਬੇਸਮੈਂਟਾਂ ਤੇ ਘਰਾਂ 'ਚ ਵੱਧ ਕਿਰਾਏਦਾਰਾਂ ਨੂੰ ਰੱਖਣ ਵਾਲਾ ਸਖਤ ਕਾਨੂੰਨ ਲਾਗੂ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਨਮ ਅਧਿਕਾਰ ਨਾਗਰਿਕਤਾ ਮੁੱਖ ਤੌਰ ਤੇ ਗੁਲਾਮਾਂ ਦੇ ਬੱਚਿਆਂ ਲਈ ਸੀ, ਦੁਨੀਆ ਭਰ ਦੇ ਲੋਕਾਂ ਦੇ ਅਮਰੀਕਾ ਆਉਣ ਅਤੇ ਭੀੜ ਲਗਾਉਣ ਵਾਸਤੇ ਨਹੀਂ ਸੀ। ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਜਨਮ ਅਧਿਕਾਰ ਨਾਗਰਿਕਤਾ ਵਿਰੁੱਧ ਇੱਕ ਕਾਰਜਕਾਰੀ ਆਦੇਸ਼ ਪਾਸ ਕੀਤਾ ਸੀ, ਜਿਸ ਨੂੰ ਅਗਲੇ ਦਿਨ ਸਿਐਟਲ ਦੀ ਇੱਕ ਸੰਘੀ ਅਦਾਲਤ ਨੇ ਰੱਦ ਕਰ ਦਿੱਤਾ ਸੀ। ਟਰੰਪ ਨੇ ਕਿਹਾ ਕਿ ਉਹ ਇਸ ਵਿਰੁੱਧ ਅਪੀਲ ਕਰਨਗੇ। ਉਹਨਾਂ ਨੇ ਉਮੀਦ ਜਤਾਈ ਹੈ ਕਿ ਸੁਪਰੀਮ ਕੋਰਟ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਏਗੀ। ਟਰੰਪ ਨੇ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ, ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਤਾਂ ਜਨਮ ਅਧਿਕਾਰ ਨਾਗਰਿਕਤਾ ਗੁਲਾਮਾਂ ਦੇ ਬੱਚਿਆਂ ਲਈ ਸੀਗੇ। ਇਸ ਦਾ ਮਤਲਬ ਇਹ ਨਹੀਂ ਸੀ ਕਿ ਪੂਰੀ ਦੁਨੀਆ ਅਮਰੀਕਾ ਵਿੱਚ ਭੀੜ ਲਗਾ ਦੇਵੇ। ਉਹਨਾਂ ਨੇ ਕਿਹਾ, ਹਰ ਕੋਈ ਆ ਰਿਹਾ ਹੈ, ਪੂਰੀ ਤਰ੍ਹਾਂ ਅਯੋਗ ਲੋਕ ਆ ਰਹੇ ਹਨ, ਜਿਨ੍ਹਾਂ ਦੇ ਬੱਚੇ ਵੀ ਸ਼ਾਇਦ ਅਯੋਗ ਹੋਣ। ਉਸਦਾ ਯਾਨੀ ਕਿ ਜਨਮ ਅਧਿਕਾਰ ਨਾਗਰਿਕਤਾ ਮਤਲਬ ਇਹ ਤਾਂ ਨਹੀਂ ਸੀ। ਉਹਨਾਂ ਨੇ ਕਿਹਾ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸੁਪਰੀਮ ਕੋਰਟ ਵਿੱਚ ਜਿੱਤਾਂਗੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹ ਕੇਸ ਜਿੱਤ ਕੇ ਇਸ ਕਾਨੂੰਨ ਨੂੰ ਲਾਗੂ ਕਰ ਸਕਦੇ ਹਾਂ। ਸੈਂਟਰ ਫॉर ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ 2,25,000 ਤੋਂ 2,50,000 ਬੱਚੇ ਪੈਦਾ ਹੋਏ ਹਨ। ਮਾਸਕੋ ਸਿਟੀ ਟੂਰਿਜ਼ਮ ਕਮੇਟੀ ਭਾਰਤ ਸਰਕਾਰ ਨਾਲ ਸਮੂਹ ਵੀਜ਼ਾ ਫ੍ਰੀ ਵਿਵਸਥਾ ਲਈ ਗੱਲਬਾਤ ਕਰ ਰਹੀ ਹੈ। ਇਸ ਦੇ ਤਹਿਤ ਇੱਕ ਸਮੂਹ 'ਚ ਯਾਤਰਾ ਕਰਨ ਵਾਲੇ ਸੈਲਾਨੀਆਂ ਦੀ ਇੱਕ ਤੈਅ ਗਿਣਤੀ ਨੂੰ ਬਿਨਾਂ ਵੀਜ਼ੇ ਦੇ ਰੂਸ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮਾਸਕੋ ਸਿਟੀ ਟੂਰਿਜ਼ਮ ਕਮੇਟੀ ਦੇ ਚੇਅਰਮੈਨ ਨੇ ਇੱਕ ਪ੍ਰੋਗਰਾਮ ਦੌਰਾਨ ਇਸ ਬਾਰੇ ਦੱਸਿਆ ਕਿ ਸੈਲਾਨੀਆਂ ਦੇ ਇੱਕ ਸਮੂਹ 'ਚ ਰੂਸ ਦੀ ਯਾਤਰਾ ਕਰਨ ਤੇ ਯਾਤਰਾ ਨੂੰ ਵੀਜ਼ਾ ਫ੍ਰੀ ਬਣਾਉਣ ਦੇ ਲਈ ਦਸਤਾਵੇਜ਼ 'ਚ ਇੱਕ ਵਿਸ਼ੇਸ਼ ਗਿਣਤੀ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਉਦਾਹਰਨ ਲਈ ਚੀਨੀ ਦਸਤਾਵੇਜ਼ 'ਚ ਸਮੂਹ 'ਚ 10 ਤੋਂ 20 ਲੋਕ ਹੋਣੇ ਚਾਹੀਦੇ ਹਨ। ਅਸੀਂ ਸਹੂਲਤ ਦਾ ਫਾਇਦਾ ਚੁੱਕਣ ਲਈ ਭਾਰਤੀ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਇੱਕ ਸਮੂਹ 'ਚ ਸ਼ਾਮਲ ਲੋਕਾਂ ਦੀ ਗਿਣਤੀ ਤੇ ਅੰਤਿਮ ਸਮਝੌਤਾ ਕੀਤਾ ਜਾ ਸਕੇ। ਇਹ ਕਿਹਾ ਗਿਆ ਹੈ ਕਿ ਭਾਰਤ ਇੱਕ ਮਹੱਤਵਪੂਰਨ ਦੇਸ਼ ਹੈ ਅਤੇ ਚੀਨ ਤੋਂ ਬਾਅਦ ਦੂਰ ਦਰਾਡੇ ਦੇ ਦੇਸ਼ਾਂ 'ਚ ਸਰੋਤ ਬਾਜ਼ਾਰ ਦੇ ਮਾਮਲੇ 'ਚ ਦੂਜੇ ਸਥਾਨ ਤੇ ਹੈ। ਉਧਰ ਹੀ ਉਹਨਾਂ ਨੇ ਕਿਹਾ, ਭਾਰਤ ਸਾਡੇ ਲਈ ਇੱਕ ਤਰਜੀਹ ਵਾਲਾ ਬਾਜ਼ਾਰ ਹੈ। ਸਾਡੇ ਲਈ ਦੂਰ ਦਰਾਡੇ ਦੇ ਦੇਸ਼ਾਂ 'ਚ ਚੀਨ ਪਹਿਲੇ ਸਥਾਨ ਤੇ ਹੈ, ਉਸ ਤੋਂ ਬਾਅਦ ਭਾਰਤ ਆਉਂਦਾ ਹੈ। ਭਾਰਤੀ ਯਾਤਰਾ ਕਰਦੇ ਸਮੇਂ ਕਾਫੀ ਖਰਚਾ ਕਰਦੇ ਹਨ। ਹੁਣ ਉਹ ਪ੍ਰਤੀ ਵਿਅਕਤੀ ਪ੍ਰਤੀ ਯਾਤਰਾ ਤੇ ਲਗਭਗ $2,000 ਖਰਚ ਕਰਦੇ ਹਨ। ਉਹਨਾਂ ਨੇ ਕਿਹਾ ਕਿ 2024 ਦੇ ਪਹਿਲੇ 9 ਮਹੀਨਿਆਂ ਭਾਵ ਕਿ ਜਨਵਰੀ ਤੋਂ ਸਤੰਬਰ ਦੌਰਾਨ ਮਾਸਕੋ ਦੇ ਵਿੱਚ 61,000 ਭਾਰਤੀਆਂ ਸਮੇਤ 1.97 ਕਰੋੜ ਮਹਿਮਾਨ ਆਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਿਹਾ ਕਿ ਇੱਕ ਫੌਜੀ ਹੈਲੀਕਾਪਟਰ ਹਾਦਸੇ ਵਿੱਚ ਅਮਰੀਕਨ 에ਅਰਲਾਈਨਸ ਦੇ ਜਹਾਜ਼ ਵਿੱਚ ਸਵਾਰ ਸਾਰੇ 64 ਲੋਕਾਂ ਦੀ ਮੌਤ ਹੋ ਗਈ। ਟਰੰਪ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਜਹਾਜ਼ ਪੋਟੋਮੈਕ ਦੇ ਬਰਫੀਲੇ ਪਾਣੀ ਵਿੱਚ ਡੁੱਬ ਗਏ। ਇਹ ਇੱਕ ਵੱਡੀ ਤਰਾਸਦੀ ਹੈ। ਸਾਰੀ ਰਾਤ ਵੱਡੇ ਪੈਮਾਨੇ ਤੇ ਖੋਜ ਅਤੇ ਬਚਾਅ ਕਾਰਜ ਚਲਾਇਆ ਗਿਆ, ਜਿਸ ਵਿੱਚ ਹਰ ਤਰ੍ਹਾਂ ਦੇ ਸਾਧਨ ਦੀ ਵਰਤੋਂ ਕੀਤੀ ਗਈ। ਦੁੱਖ ਦੀ ਗੱਲ ਇਹ ਹੈ ਕਿ ਕੋਈ ਵੀ ਬਚਿਆ ਨਹੀਂ ਸੀ। ਉਹਨਾਂ ਨੇ ਕਿਹਾ, ਇਹ ਘਟਨਾ ਬੁੱਧਵਾਰ ਰਾਤ 9 ਵਜੇ ਤੋਂ ਠੀਕ ਪਹਿਲਾਂ ਵਾਪਰੀ। ਟਰੰਪ ਨੇ ਕਿਹਾ, ਇਸ ਹਾਦਸੇ ਵਿੱਚ ਰੂਸ ਸਮੇਤ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਕੁਝ ਹੋਰ ਲੋਕ ਵੀ ਸਨ। ਅਸੀਂ ਲਗਭਗ 1 ਘੰਟੇ ਵਿੱਚ ਇਸ ਦਾ ਐਲਾਨ ਕਰਨ ਜਾ ਰਹੇ ਹਾਂ। ਅਸੀਂ ਦੇਸ਼ਾਂ ਨੂੰ ਫੋਨ ਕਰ ਰਹੇ ਹਾਂ ਅਤੇ ਉਹਨਾਂ ਨਾਲ ਸੰਪਰਕ ਕਰ ਰਹੇ ਹਾਂ। ਇਸ ਹਾਦਸੇ ਨੂੰ ਅਮਰੀਕਾ ਦੇ ਇਤਿਹਾਸ ਦੇ ਪਿਛਲੇ 25 ਸਾਲਾਂ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸਾ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਦਿਨ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਪੋਟੋਮੈਕ ਨਦੀ ਦੇ ਬਰਫੀਲੇ ਤੂਫਾਨ ਪਾਣੀ ਦੇ ਵਿੱਚ ਘੱਟੋ-ਘੱਟ 28 ਲਾਸ਼ਾਂ ਕੱਢੀਆਂ ਗਈਆਂ ਹਨ। ਵਾਸ਼ਿੰਗਟਨ ਨੇੜੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਇੱਕ ਯਾਤਰੀ ਜਹਾਜ਼ ਫੌਜ ਦੇ ਹੈਲੀਕਾਪਟਰ ਦੇ ਨਾਲ ਟਕਰਾ ਗਿਆ, ਜਿਸ ਕਾਰਨ ਨੇੜਲੇ ਪੋਟੋਮੈਕ ਨਦੀ ਵਿੱਚ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਹੋ ਗਿਆ। ਹਵਾਬਾਜ਼ੀ ਕੰਪਨੀ ਅਮਰੀਕਨ 에ਅਰਲਾਈਨਸ ਦੇ ਅਨੁਸਾਰ ਜਹਾਜ਼ ਵਿੱਚ 60 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਟੱਕਰ ਪੂਰਬੀ ਮਿਆਰੀ ਸਮੇਂ ਅਨੁਸਾਰ ਰਾਤ 9 ਵਜੇ ਦੇ ਕਰੀਬ ਹੋਈ, ਜਦੋਂ ਵਿਚੀਟਾ ਕੰਸਾਸ ਤੋਂ ਉਡਾਨ ਭਰਨ ਵਾਲਾ ਇੱਕ ਖੇਤਰੀ ਜਹਾਜ਼ ਹਵਾਈ ਅੱਡੇ ਦੇ ਰਨਵੇ ਦੇ ਨੇੜੇ ਆਉਂਦੇ ਸਮੇਂ ਇੱਕ ਫੌਜੀ ਬਲੈਕ ਹੌਕ ਹੈਲੀਕਾਪਟਰ ਦੇ ਨਾਲ ਟਕਰਾ ਗਿਆ। BC ਦੇ ਪ੍ਰੀਮੀਅਰ ਡੇਵਿਡ ਈਵੀ ਵੱਲੋਂ ਇੱਕ ਨਵੀਂ ਕੈਬਨਿਟ ਕਮੇਟੀ ਦਾ ਗਠਨ ਕੀਤਾ ਗਿਆ, ਜੋ BC ਦੇ ਕਾਮਿਆਂ, ਕਾਰੋਬਾਰੀਆਂ ਅਤੇ ਅਰਥ ਵਿਵਸਥਾ ਨੂੰ ਅਮਰੀਕਾ ਦੇ ਪ੍ਰਸਤਾਵਿਤ ਟੈਰਿਫ ਖਤਰਿਆਂ ਤੋਂ ਬਚਾਉਣ ਦੇ ਲਈ ਸਰਕਾਰੀ ਤਾਲਮੇਲ ਦਾ ਕਾਰਜ ਕਰੇਗੀ। ਇਸ ਕੈਬਨਿਟ ਕਮੇਟੀ ਦੇ ਲਈ ਰਵੀ ਕਾਹਲੋ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਡਾਇਨਾ ਗਿਬਸਨ, ਇਸ ਤੋਂ ਇਲਾਵਾ ਬ੍ਰੈਂਡਾ ਬੇਲੀ, ਐਡਰੀਅਨ ਡਿਕਸ, ਲਾਨਾ ਪੋਪਹੈਮ, ਰੈਡਨ ਨੀਲ, ਰਿਕ ਗਲੂਮੈਕ ਅਤੇ ਰਵੀ ਪਰਮਾਰ, ਜਗਰੂਪ ਬਰਾੜ ਅਤੇ ਇਸ ਤੋਂ ਇਲਾਵਾ ਤਾਮਾਰਾ ਡੇਵਿਡਸਨ ਸ਼ਾਮਲ ਹਨ। ਇਸ ਕਮੇਟੀ ਨੂੰ ਵਾਰ ਰੂਮ ਯਾਨੀ ਕਿ ਜੰਗੀ ਕਮਰਾ ਦਾ ਨਾਂ ਦਿੱਤਾ ਗਿਆ, ਜੋ ਬ੍ਰਿਟਿਸ਼ ਕੋਲੰਬੀਆ ਵੱਲੋਂ ਜਵਾਬੀ ਕਾਰਵਾਈ ਕਰਨ ਅਤੇ ਸੂਬੇ ਦੀ ਆਰਥਿਕਤਾ ਨੂੰ ਵਧਾਉਣ ਦੇ ਲਈ ਕਾਰਜ ਕਰੇਗੀ। ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਸਤਾਵਿਤ ਅਮਰੀਕੀ ਟੈਰਿਫ ਨੂੰ BC ਦੇ ਪਰਿਵਾਰਾਂ ਤੇ ਸਿੱਧਾ ਹਮਲਾ ਦੱਸਿਆ ਅਤੇ ਕਿਹਾ ਕਿ ਇਹ ਖਤਰਾ ਜਲਦੀ ਹੀ ਦੂਰ ਹੋਣ ਵਾਲਾ ਨਹੀਂ। ਹਰ ਮੰਤਰੀ ਦੀ ਲੜਾਈ ਇਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਕਮੇਟੀ ਵੱਲੋਂ ਜਵਾਬੀ ਕਾਰਵਾਈ ਅਤੇ ਅਮਰੀਕੀ ਫੈਸਲਾ ਲੈਣ ਵਾਲਿਆਂ ਤੱਕ ਪਹੁੰਚ ਕਰਨ ਲਈ 3 ਨੁਕਾਤੀ ਰਣਨੀਤੀ ਬਣਾਈ ਗਈ ਹੈ, ਜਿਸ ਤਹਿਤ ਅਮਰੀਕੀ ਟੈਰਿਫਾਂ ਦਾ ਜਵਾਬ ਸਖਤੀ ਨਾਲ ਦੇਣਾ, ਅਮਰੀਕੀ ਫੈਸਲਾ ਲੈਣ ਵਾਲਿਆਂ ਤੱਕ ਪਹੁੰਚ ਕਰਨਾ, ਉਦਯੋਗ ਅਤੇ ਕਾਮਿਆਂ ਦੇ ਸਮਰਥਨ ਨਾਲ BC ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣਾ ਅਤੇ ਉਤਪਾਦਾਂ ਲਈ ਵਪਾਰਕ ਬਾਜ਼ਾਰਾਂ ਨੂੰ ਵਿਭਿੰਨ ਬਣਾਉਣਾ ਸ਼ਾਮਲ ਹੈ, ਤਾਂ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕ ਅਮਰੀਕੀ ਬਾਜ਼ਾਰਾਂ ਅਤੇ ਕਾਰੋਬਾਰਾਂ ਤੇ ਘੱਟ ਨਿਰਭਰ ਹੋਣ। ਕਮੇਟੀ ਦੇ ਪ੍ਰਧਾਨ ਰਵੀ ਕਾਹਲੋ ਨੇ ਕਿਹਾ ਕਿ ਉਹ ਤੇ ਉਹਨਾਂ ਦੇ ਸਾਥੀ ਕਾਮਿਆਂ, ਕਾਰੋਬਾਰੀਆਂ ਅਤੇ ਭਾਈਚਾਰਕ ਆਗੂਆਂ ਨਾਲ ਮੋਢਾ ਲਗਾ ਕੇ ਕੰਮ ਕਰਨਗੇ। ਕੈਨੇਡਾ ਦੇ ਵਿੱਚ ਇੱਕ ਸ਼ਖਸ ਨੂੰ ਬੰਦੀ ਬਣਾ ਕੇ ਉਸ ਦੇ ਡੈਬਿਟ ਕਾਰਡ ਰਾਹੀਂ ਕਈ ATMs ਤੋਂ ਜ਼ਬਰਦਸਤੀ ਰਕਮ ਕਢਵਾਉਣ ਦੇ ਮਾਮਲੇ ਵਿੱਚ ਇੱਕ ਭਾਰਤੀ ਸਣੇ 2 ਜਣਿਆਂ ਨੂੰ ਕਾਬੂ ਕੀਤਾ ਗਿਆ। ਸ਼ੱਕੀਆਂ ਦੀ ਸ਼ਨਾਖਤ 22 ਸਾਲ ਦੇ ਮਨਨ ਖੰਨਾ ਅਤੇ 32 ਸਾਲ ਦੀ ਜੈਸਿਕਾ ਕੇਨ ਵਜੋਂ ਹੋਈ ਹੈ। ਯੋਰਕ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਪੀੜਿਤ ਨੂੰ ਬੰਦੀ ਬਣਾਉਣ ਦੀ ਵਾਰਦਾਤ 19 ਜਨਵਰੀ ਨੂੰ ਸਵੇਰੇ ਤਕਰੀਬਨ 9:30 ਵਜੇ ਮੇਜਰ ਮੈਕੈਂਜੀ ਡਰਾਈਵ ਵੈਸਟ ਅਤੇ ਜੈਨ ਸਟਰੀਟ ਇਲਾਕੇ ਵਿੱਚ ਵਾਪਰੀ, ਜਿਸ ਮਗਰੋਂ ਵੌਨ ਦੇ ਕਈ ATMs ਤੋਂ ਰਕਮ ਕਢਵਾਈ ਗਈ। ਸ਼ੱਕੀਆਂ ਨੇ ਕਿਸੇ ਬਹਾਨੇ ਪੀੜਿਤ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਗੱਲਬਾਤ ਕਰਨ ਲਈ ਆਪਣੀ ਗੱਡੀ ਵਿੱਚ ਬਿਠਾ ਲਿਆ। ਜਾਂਚਕਰਤਾਵਾਂ ਨੇ ਦੋਸ਼ ਲਗਾਇਆ ਕਿ ਜਿਉਂ ਹੀ ਪੀੜਿਤ ਗੱਡੀ ਵਿੱਚ ਬੈਠਿਆ ਤਾਂ ਮਹਿਲਾ ਸ਼ੱਕੀ ਨੇ ਛੁਰਾ ਕੱਢ ਲਿਆ ਅਤੇ ਪੀੜਿਤ ਦੇ ਬੈਂਕ ਨਾਲ ਸੰਬੰਧਿਤ ਜਾਣਕਾਰੀ ਮੰਗਣੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਉਸ ਦਾ ਸਾਥੀ ਗੱਡੀ ਡਰਾਈਵ ਕਰਦਿਆਂ ਕਈ ATM ਸੇ ਪੁੱਜਾ, ਜਿੱਥੋਂ ਨਕਦੀ ਕਢਵਾਈ ਗਈ। ਬਾਅਦ ਵਿੱਚ ਪੀੜਿਤ ਨੂੰ ਛੱਡ ਦਿੱਤਾ ਗਿਆ ਅਤੇ ਪੁਲਿਸ ਮੁਤਾਬਿਕ ਪੀੜਿਤ ਨੂੰ ਕੋਈ ਸਰੀਰਕ ਸੱਟ ਨਹੀਂ ਵੱਜੀ। ਵੈਂਕੂਵਰ ਦੀ ਜੈਸਿਕਾ ਕੇਨ ਵਿਰੁੱਧ ਹਥਿਆਰਬੰਦ ਲੁੱਟ, ਬੰਦੀ ਬਣਾਉਣ ਅਤੇ ਪ੍ਰੋਬੇਸ਼ਨਸ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ ਹਨ। ਯੋਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਵਾਰਦਾਤ ਵੇਲੇ ਜੈਸਿਕਾ ਨੂੰ ਅਲਬਰਟਾ ਦੀ ਪੁਲਿਸ ਤਲਾਸ਼ ਕਰ ਰਹੀ ਸੀ। ਦੂਜੇ ਪਾਸੇ ਮਨਨ ਖੰਨਾ ਵਿਰੁੱਧ ਹਥਿਆਰਬੰਦ ਲੁੱਟ ਅਤੇ ਬੰਦੀ ਬਣਾਉਣ ਦੇ ਦੋਸ਼ ਲੱਗੇ ਹਨ। ਪੁਲਿਸ ਵੱਲੋਂ ਦੋਹਾਂ ਦੀਆਂ ਤਸਵੀਰਾਂ ਜਨਤਕ ਕਰਨ ਦਾ ਫੈਸਲਾ ਕੀਤਾ ਗਿਆ, ਕਿਉਂਕਿ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਪੀੜਿਤ ਹੋ ਸਕਦੇ ਹਨ। ਪੁਲਿਸ ਵੱਲੋਂ ਪੀੜਤਾਂ ਨੂੰ ਅੱਗੇ ਆਉਣ ਦਾ ਅਪੀਲ ਕਰਦਿਆਂ ਜਾਂਚਕਰਤਾਵਾਂ ਜਾਂ ਕ੍ਰਾਈਮ ਸਟੋਪਰਸ ਨਾਲ ਸੰਪਰਕ ਕਰਨ ਵਾਸਤੇ ਆਖਿਆ ਗਿਆ। ਬਰੈਂਪਟਨ ਸ਼ਹਿਰ ਦੇ ਮਕਾਨ ਮਾਲਕਾਂ ਨੂੰ ਹੁਣ ਭੀੜ ਭੜੱਕੇ ਵਾਲੇ ਕਿਰਾਏ ਦੇ ਮਕਾਨਾਂ ਜਾਂ ਬੇਸਮੈਂਟ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਰੱਖਣ ਦੇ ਲਈ $1000 ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਸਿਟੀ ਵੱਲੋਂ ਜਾਰੀ 311 ਨੰਬਰ ਤੇ ਸ਼ਿਕਾਇਤਾਂ ਦਰਜ ਕਰਾ ਸਕਦੇ ਹੋ। ਨਵੇਂ ਮਹਿੰਗੇ ਜੁਰਮਾਨੇ ਜਿਹੜੇ ਨੇ ਬਰੈਂਪਟਨ ਦੇ ਜਾਇਦਾਦ ਦੇ ਮਿਆਰਾਂ ਅਤੇ ਗੈਰ ਪਾਰਕਿੰਗ ਜੁਰਮਾਨਾ ਉਪ ਨਿਯਮਾਂ ਦੇ ਅਪਡੇਟਾਂ ਦਾ ਹਿੱਸਾ ਹਨ, ਜਿਨ੍ਹਾਂ ਦਾ ਉਦੇਸ਼ ਸ਼ਹਿਰ ਭਰ ਵਿੱਚ ਭੀੜ ਅਤੇ ਬਹੁਤ ਜ਼ਿਆਦਾ ਸਬਲੇਟਿੰਗ ਦੇ ਮਾਮਲਿਆਂ ਨੂੰ ਘਟਾਉਣਾ ਹੈ। ਇਸ ਦੇ ਲਾਗੂ ਹੋਣ ਦੇ ਨਾਲ ਸਿਰਫ ਕਿਰਾਏ ਤੇ ਦਿੱਤੀ ਪ੍ਰਾਪਰਟੀ ਲੀਜ਼ ਵਿੱਚ ਸ਼ਾਮਲ ਲੋਕ ਰਹਿ ਸਕਦੇ ਹਨ। ਲੀਜ਼ ਕੀਤੇ ਘਰ ਜਾਂ ਬੇਸਮੈਂਟ ਨੂੰ ਸਬ ਲੀਜ਼ ਨਹੀਂ ਕਰ ਸਕਦੇ। ਸਿਟੀ ਵੱਲੋਂ ਵਿਭਾਗ ਦੇ ਲੋਕ ਸ਼ਿਕਾਇਤ ਹੋਣ ਤੇ ਕਿਸੇ ਸਮੇਂ ਵੀ ਛਾਪਾ ਮਾਰ ਸਕਦੇ ਹਨ।
ਬੀਤੇ ਸਮੇਂ ਵਿੱਚ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਇਸ ਦੀ ਨਾਜਾਇਜ਼ ਦੁਰਵਰਤੋਂ ਕਰਨ ਦੀਆਂ ਸ਼ਿਕਾਇਤਾਂ ਸਿਟੀ ਨੂੰ ਮਿਲੀਆਂ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ, ਚੀਨ ਸਮੇਤ ਬ੍ਰਿਕਸ ਦੇਸ਼ਾਂ ਨੂੰ ਮੁੜ ਧਮਕੀ ਦਿੱਤੀ ਹੈ। ਟਰੰਪ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਬ੍ਰਿਕਸ ਦੇਸ਼ਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਮਰੀਕੀ ਡਾਲਰ ਨੂੰ ਨਹੀਂ ਬਦਲ ਸਕਦੇ। ਅਜਿਹਾ ਕਰਨ ਦੀ ਜੇਕਰ ਕੋਸ਼ਿਸ਼ ਕੀਤੀ ਗਈ ਤਾਂ ਅਮਰੀਕਾ ਇਨ੍ਹਾਂ ਦੇਸ਼ਾਂ ਤੇ 100% ਟੈਰਿਫ ਲਗਾਏਗਾ। ਟਰੰਪ ਨੇ ਕਿਹਾ ਕਿ ਜੇਕਰ ਬ੍ਰਿਕਸ ਅਮਰੀਕੀ ਡਾਲਰ ਨੂੰ ਚੁਣੌਤੀ ਦੇਣ ਦੇ ਲਈ ਆਪਣੀ ਨਵੀਂ ਕਰੰਸੀ ਸ਼ੁਰੂ ਕਰਦੇ ਹਨ ਤਾਂ ਉਹਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਹਨਾਂ ਨੂੰ ਅਮਰੀਕੀ ਬਾਜ਼ਾਰ ਤੋਂ ਬਾਹਰ ਸੁੱਟ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ ਦਰਸ਼ਕ ਨਹੀਂ ਬਣੇਗਾ ਅਤੇ ਇਸ ਖਤਰੇ ਦਾ ਜਵਾਬ ਦੇਵੇਗਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਇਸ ਬਾਰੇ ਲਿਖਿਆ ਕਿ ਬ੍ਰਿਕਸ ਦੇਸ਼ ਅਮਰੀਕੀ ਡਾਲਰ ਦੇ ਦਬਦਬੇ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਸ ਨੂੰ ਚੁੱਪਚਾਪ ਨਹੀਂ ਦੇਖਾਂਗੇ। ਜੇਕਰ ਬ੍ਰਿਕਸ ਨਵੀਂ ਕਰੰਸੀ ਬਣਾਉਂਦੇ ਹਨ ਜਾਂ ਕਿਸੇ ਹੋਰ ਕਰੰਸੀ ਦਾ ਸਮਰਥਨ ਕਰਦੇ ਹਨ ਤਾਂ ਉਹਨਾਂ ਤੇ 100% ਟੈਰਿਫ ਲਗਾਇਆ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਬ੍ਰਿਕਸ ਦੇਸ਼ਾਂ ਲਈ ਅਮਰੀਕੀ ਬਾਜ਼ਾਰ ਦੇ ਦਰਵਾਜ਼ੇ ਬੰਦ ਹੋ ਜਾਣਗੇ। ਬ੍ਰਿਕਸ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ ਸ਼ਾਮਲ ਹਨ। ਇਹ ਸਮੂਹ ਅਮਰੀਕੀ ਡਾਲਰ ਦੇ ਵਿਸ਼ਵ ਵਿਆਪੀ ਨਿਰਭਰਤਾ ਨੂੰ ਘਟਾਉਣਾ ਚਾਹੁੰਦਾ ਹੈ। ਬ੍ਰਿਕਸ ਦੇਸ਼ ਬ੍ਰਿਕਸ ਮੁਦਰਾ ਦੀ ਮਦਦ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਰੂਸ ਅਤੇ ਚੀਨ ਪਹਿਲਾਂ ਹੀ ਡਾਲਰ ਦੀ ਬਜਾਏ ਯੂਆਨ ਅਤੇ ਹੋਰ ਮੁਦਰਾਵਾਂ ਵਿੱਚ ਵਪਾਰ ਕਰ ਰਹੇ ਹਨ। ਹੁਣ ਬ੍ਰਿਕਸ ਦੀ ਇਹ ਨਵੀਂ ਕਰੰਸੀ ਅਮਰੀਕਾ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕਰ ਸਕਦੀ ਹੈ। ਜੇਕਰ ਬ੍ਰਿਕਸ ਆਪਣੀ ਮੁਦਰਾ ਸ਼ੁਰੂ ਕਰਦਾ ਹੈ ਤਾਂ ਇਹ ਅਮਰੀਕੀ ਡਾਲਰ ਦੇ ਦਬਦਬੇ ਨੂੰ ਕਮਜ਼ੋਰ ਕਰ ਸਕਦਾ ਹੈ। ਅਮਰੀਕਾ ਦੀ ਵਿਸ਼ਵ ਸ਼ਕਤੀ ਦਾ ਇੱਕ ਵੱਡਾ ਕਾਰਨ ਡਾਲਰ ਦਾ ਦਬਦਬਾ ਹੈ। ਜੇਕਰ ਦੁਨੀਆ ਡਾਲਰ ਦੀ ਬਜਾਏ ਬ੍ਰਿਕਸ ਕਰੰਸੀ ਨੂੰ ਅਪਣਾਉਣ ਲੱਗਦੀ ਹੈ ਤਾਂ ਅਮਰੀਕੀ ਅਰਥਵਿਵਸਥਾ ਨੂੰ ਝਟਕਾ ਲੱਗ ਸਕਦਾ ਹੈ। ਅਮਰੀਕਾ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ 21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਬੰਦੂਕਾਂ ਦੀ ਵਿਕਰੀ ਤੇ ਪਾਬੰਦੀ ਲਗਾਉਣਾ ਗੈਰ ਸੰਵਿਧਾਨਕ ਹੈ। ਅਮਰੀਕੀ ਅਦਾਲਤ ਦਾ ਇਹ ਫੈਸਲਾ ਸੰਘੀ ਕਾਨੂੰਨ ਦੇ ਵਿਰੁੱਧ ਹੈ, ਜਿਸ ਦੇ ਤਹਿਤ ਨੌਜਵਾਨਾਂ ਨੂੰ ਹੈਂਡਗਨ ਖਰੀਦਣ ਲਈ ਘੱਟੋ-ਘੱਟ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਅਦਾਲਤ ਦਾ ਕਹਿਣਾ ਹੈ ਕਿ ਸੰਘੀ ਕਾਨੂੰਨ ਅਮਰੀਕੀ ਸੰਵਿਧਾਨ ਦੇ ਦੂਜੇ ਸੋਧ ਦੀ ਉਲੰਘਣਾ ਕਰਦਾ ਹੈ। ਇਹ ਫੈਸਲਾ ਵੀਰਵਾਰ ਨੂੰ ਅਮਰੀਕਾ ਦੇ ਨਿਊ ਓਰਲੀਨਸ ਵਿੱਚ 5ਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਦੇ 3 ਜੱਜਾਂ ਦੇ ਪੈਨਲ ਨੇ ਸੁਣਾਇਆ। ਅਦਾਲਤ ਨੇ ਪਾਇਆ ਕਿ 18 ਤੋਂ 20 ਸਾਲ ਦੀ ਉਮਰ ਦੇ ਲੋਕਾਂ ਨੂੰ ਬੰਦੂਕਾਂ ਰੱਖਣ ਤੋਂ ਵਰਜਿਤ ਨਹੀਂ ਕੀਤਾ ਜਾਣਾ ਚਾਹੀਦਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਦੂਜੀ ਸੋਧ ਵਿੱਚ 18 ਤੋਂ 20 ਸਾਲ ਦੀ ਉਮਰ ਦੇ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਹਥਿਆਰ ਰੱਖਣ ਦੀ ਅਧਿਕਾਰ ਦੀ ਗਾਰੰਟੀ ਹੈ। ਇਸ ਫੈਸਲੇ ਤੋਂ ਬਾਅਦ ਕੇਸ ਹੇਠਲੀ ਅਦਾਲਤ ਦੇ ਜੱਜ ਕੋਲ ਵਾਪਸ ਚਲਾ ਗਿਆ। ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਇਹ ਵੀ ਕਿਹਾ ਹੈ ਕਿ ਹਥਿਆਰ ਰੱਖਣ ਤੇ ਪਾਬੰਦੀ ਲਗਾਉਂਦੇ ਸਮੇਂ ਦੇਸ਼ ਦੀਆਂ ਇਤਿਹਾਸਕ ਪਰੰਪਰਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਮਿਨੀਸੋਟਾ, ਵਰਜੀਨੀਆ ਅਤੇ ਟੈਕਸਾਸ ਵਰਗੇ ਸੂਬੇ ਦੀਆਂ ਅਦਾਲਤਾਂ ਨੇ ਵੀ ਇਸੇ ਤਰ੍ਹਾਂ ਦੇ ਆਧਾਰ ਤੇ ਸੰਘੀ ਕਾਨੂੰਨ ਨੂੰ ਰੱਦ ਕਰ ਦਿੱਤਾ ਸੀ। ਚੀਨ ਦੀ ਹੈਨਾਨ ਮਾਈਨਿੰਗ ਕ੍ਰੇਨ ਕੰਪਨੀ ਲਿਮਟਿਡ ਨੇ ਆਪਣੇ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਇੱਕ ਅਨੋਖਾ ਤਰੀਕਾ ਅਪਣਾਇਆ, ਜਿਸ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ। ਕੰਪਨੀ ਨੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ, ਜਿੱਥੇ 70 ਕਰੋੜ ਰੁਪਏ ਯਾਨੀ ਕਿ $11 ਮਿਲੀਅਨ ਦੀ ਨਕਦ ਰਕਮ ਇੱਕ ਮੇਜ਼ ਤੇ ਰੱਖੀ ਅਤੇ ਕਰਮਚਾਰੀਆਂ ਨੂੰ 15 ਮਿੰਟਾਂ ਦੇ ਅੰਦਰ ਜਿੰਨੇ ਪੈਸੇ ਗਿਣ ਸਕਦੇ ਹੋ ਗਿਣਨ ਅਤੇ ਲੈਣ ਦੇ ਲਈ ਕਿਹਾ। ਵੀਡੀਓ 'ਚ ਦਿਖਾਇਆ ਗਿਆ ਕਿ ਕੰਪਨੀ ਦੇ ਕਰਮਚਾਰੀ ਇੱਕ ਵੱਡੀ ਮੇਜ਼ ਦੁਆਲੇ ਇਕੱਠੇ ਹੋਏ ਸਨ, ਜਿਸ ਤੇ ਬਹੁਤ ਸਾਰਾ ਪੈਸਾ ਰੱਖਿਆ ਹੋਇਆ ਸੀ। ਕਰਮਚਾਰੀਆਂ ਨੂੰ ਸਿਰਫ 15 ਮਿੰਟ ਦਿੱਤੇ ਗਏ ਅਤੇ ਕਿਹਾ ਗਿਆ ਕਿ ਜਿੰਨੇ ਪੈਸੇ ਗਿਣ ਸਕਦੇ ਹੋ ਤੇ ਗਿਣਨ ਅਤੇ ਘਰ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਸਮਾਗਮ ਵਿੱਚ ਇੱਕ ਆਦਮੀ 15 ਮਿੰਟਾਂ ਦੇ ਵਿੱਚ ਲਗਭਗ ਸਿੰਗਾਪੁਰੀ ਡਾਲਰ 18.7 ਕੇ ਗਿਣਨ ਵਿੱਚ ਕਾਮਯਾਬ ਰਿਹਾ। ਦੂਜੇ ਕਰਮਚਾਰੀ ਨੇ ਵੀ ਜਿੰਨੀ ਜਲਦੀ ਹੋ ਸਕੇ ਪੈਸੇ ਗਿਣੇ ਅਤੇ ਜਿੰਨਾ ਹੋ ਸਕੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੀਡੀਓ ਡੂਇਨ, ਵੀਬੋ ਅਤੇ ਇੰਸਟਾਗ੍ਰਾਮ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕਰਮਚਾਰੀਆਂ ਦੀ ਖੁਸ਼ੀ ਅਤੇ ਉਤਸ਼ਾਹ ਸਾਫ਼ ਦੇਖਿਆ ਜਾ ਸਕਦਾ ਹੈ, ਕਿਉਂਕਿ ਬੋਰੀ ਨੂੰ ਪੈਸਿਆਂ ਨਾਲ ਭਰ ਕੇ ਘਰ ਲੈ ਜਾਂਦੇ ਹਨ। ਇਸ ਵੀਡੀਓ ਨੂੰ ਹੁਣ ਤੱਕ 11 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ 25,000 ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਕੁਝ ਯੂਜ਼ਰ ਨੇ ਇਸ ਵੀਡੀਓ ਤੇ ਮਜ਼ਾਕੀਆ ਟਿੱਪਣੀਆਂ ਕੀਤੀ, ਜਿਵੇਂ ਕਿ ਇੱਕ ਯੂਜ਼ਰ ਨੇ ਕਿਹਾ ਕਿ ਉਸਦੀ ਕੰਪਨੀ ਵੀ ਇਹੀ ਕਰਦੀ ਹੈ ਪਰ ਪੈਸੇ ਦੀ ਬਜਾਏ ਕੰਮ ਦਿੰਦੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਉਹ ਕਾਗਜ਼ੀ ਕਾਰਵਾਈ ਹੈ ਜੋ ਮੈਂ ਚਾਹੁੰਦਾ ਸੀ, ਪਰ ਕੰਪਨੀ ਨੇ ਕੁਝ ਹੋਰ ਯੋਜਨਾ ਬਣਾਈ ਸੀ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਸੇ ਕਮੈਂਟ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ। ਤੁਹਾਨੂੰ ਦੱਸ ਦਵਾਂ ਕਿ ਇਹ ਕੰਪਨੀਆਂ ਦੇ ਜੋ ਪੈਸੇ ਨੇ ਇਹ ਫਟਾਫਟ ਉਹਨਾਂ ਦੇ ਬੈਂਕ ਅਕਾਊਂਟਾਂ ਦੇ ਵਿੱਚ ਜਿਹੜੇ ਟ੍ਰਾਂਸਫਰ ਕਰ ਦਿੱਤੇ ਗਏ ਅਤੇ ਹੈਨਾਨ ਮਾਈਨਿੰਗ ਕ੍ਰੇਨ ਕੰਪਨੀ ਲਿਮਟਿਡ ਦੁਆਰਾ ਅਪਣਾਈ ਗਈ ਇਹ ਬੋਨਸ ਵਿਧੀ ਸਾਬਤ ਕਰਦੀ ਹੈ ਕਿ ਕਈ ਵਾਰ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਲਈ ਕੁਝ ਨਾ ਕੁਝ ਨਵਾਂ ਕਰਨਾ ਪੈਂਦਾ ਹੈ। ਜਿੱਥੇ ਪ੍ਰੋਗਰਾਮ ਕਰਮਚਾਰੀਆਂ ਦੀ ਦਿਲਚਸਪ ਸੀ ਉੱਥੇ ਇਸ ਨੇ ਸੋਸ਼ਲ ਮੀਡੀਆ ਤੇ ਵੀ ਬਹੁਤ ਧਿਆਨ ਖਿੱਚਿਆ। ਇਸ ਸਮਾਗਮ ਨੇ ਕੰਪਨੀ ਦੇ ਆਪਣੇ ਕਰਮਚਾਰੀਆਂ ਅਤੇ ਉਹਨਾਂ ਦੀ ਮਿਹਨਤ ਪ੍ਰਤੀ ਸਤਿਕਾਰ ਨੂੰ ਦਰਸਾਇਆ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਨੇ ਦਿਖਾਇਆ ਕਿ ਕਿਵੇਂ ਕੁਝ ਅਜੀਬ ਵਿਚਾਰ ਇੱਕ ਕੰਪਨੀ 'ਚ ਪ੍ਰਚਾਰ ਅਤੇ ਕਰਮਚਾਰੀਆਂ ਦੀ ਸੰਤੁਸ਼ਟੀ ਲਿਆ ਸਕਦੇ ਹਨ। DeepSeek ਨੇ ਲਾਂਚਿੰਗ ਤੋਂ ਬਾਅਦ ਜਿੰਨੀ ਪ੍ਰਸਿੱਧੀ ਹਾਸਲ ਕੀਤੀ ਹੁਣ ਓਨੀਆਂ ਹੀ ਮੁਸ਼ਕਲਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਚੀਨ ਨੂੰ ਲੈ ਕੇ ਪੂਰੀ ਦੁਨੀਆ ਹਮੇਸ਼ਾ ਅਲਰਟ ਰਹਿੰਦੀ ਹੈ ਤਾਂ ਫਿਰ ਇੱਕ AI ਟੂਲ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ। ਚੀਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ DeepSeek ਨੂੰ ਇਟਲੀ ਵਿੱਚ ਬਲੌਕ ਕਰ ਦਿੱਤਾ ਗਿਆ ਹੈ। ਐਪਲ ਅਤੇ ਗੂਗਲ ਨੇ ਇਟਲੀ ਦੇ ਆਪਣੇ ਐਪ ਸਟੋਰਾਂ ਤੇ DeepSeek ਐਪ ਨੂੰ ਹਟਾ ਦਿੱਤਾ ਹੈ। ਆਇਰਲੈਂਡ ਦੇ ਡਾਟਾ ਸੁਰੱਖਿਆ ਕਮਿਸ਼ਨ ਨੇ ਵੀ DeepSeek ਤੋਂ ਆਇਰਿਸ਼ ਯੂਜ਼ਰ ਦੇ ਡਾਟਾ ਪ੍ਰੋਸੈਸਿੰਗ ਦੇ ਸੰਬੰਧ 'ਚ ਜਾਣਕਾਰੀ ਮੰਗੀ ਹੈ। ਪਿਛਲੇ ਹਫਤੇ DeepSeek ਨੇ ਇੱਕ ਮੁਫਤ AI ਅਸਿਸਟੈਂਟ ਲਾਂਚ ਕੀਤਾ ਸੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕੰਮ ਡਾਟਾ ਦੀ ਵਰਤੋਂ ਕਰਦਾ ਹੈ ਅਤੇ ਮੌਜੂਦਾ ਸੇਵਾਵਾਂ ਦੀ ਤੁਲਨਾ 'ਚ ਬਹੁਤ ਘੱਟ ਲਾਗਤ ਤੇ ਕੰਮ ਕਰਦਾ ਹੈ। ਉਧਰ ਹੀ ਸੋਮਵਾਰ ਤੱਕ ਇਸ ਅਸਿਸਟੈਂਟ ਨੇ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ 'ਚ ਅਮਰੀਕੀ ਮੁਕਾਬਲੇਬਾਜ਼ ChatGPT ਨੂੰ ਪਿੱਛੇ ਛੱਡ ਦਿੱਤਾ ਜਿਸ ਨਾਲ ਟੈਕ ਸਟਾਕ ਨਿਵੇਸ਼ਕਾਂ 'ਚ ਚਿੰਤਾ ਵੱਧ ਗਈ। ਇਤਾਲਵੀ ਡਾਟਾ ਰੈਗੂਲੇਟਰ ਦੇ ਮੁਖੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਐਪ ਨੂੰ ਹਟਾਉਣ ਦੀ ਖਬਰ ਕੁਝ ਹੀ ਘੰਟੇ ਪਹਿਲਾਂ ਆਈ ਹੈ ਤੇ ਇਹ ਨਹੀਂ ਕਹਿ ਸਕਦਾ ਉਹ ਕਿ ਇਹ ਸਾਡੇ ਕਾਰਨ ਹੋਇਆ ਹੈ ਜਾਂ ਨਹੀਂ ਹੋਇਆ। ਇਸ ਤੋਂ ਇਲਾਵਾ ANSA ਦੇ ਅਨੁਸਾਰ ਸਟੈਜੀਓ ਨੇ ਕਿਹਾ ਕਿ ਸਾਡਾ ਦਫ਼ਤਰ ਇੱਕ ਵਿਸਤ੍ਰਿਤ ਜਾਂਚ ਸ਼ੁਰੂ ਕਰੇਗਾ ਤਾਂ ਜੋ ਇਹ ਦੇਖਿਆ ਜਾ ਸਕੇ ਕਿ GDPR ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਇਤਾਲਵੀ ਰੈਗੂਲੇਟਰ ਜਿਸ ਨੂੰ ਗਾਰੰਟੇ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਾਣਨਾ ਚਾਹੁੰਦੇ ਹੈ ਕਿ ਕਿਹੜਾ ਨਿੱਜੀ ਡਾਟਾ ਇਕੱਠਾ ਕੀਤਾ ਜਾਂਦਾ ਹੈ, ਕਿਹੜੇ ਸਰੋਤਾਂ ਤੋਂ, ਕਿਸ ਉਦੇਸ਼ ਲਈ ਅਤੇ ਕਿਸ ਕਾਨੂੰਨੀ ਆਧਾਰ ਤੇ ਅਤੇ ਕੀ ਇਹ ਚੀਨ ਵਿੱਚ ਸਟੋਰ ਕੀਤਾ ਜਾਂਦਾ ਹੈ। ਇਸ ਨੇ DeepSeek ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨੂੰ 20 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਕੈਨੇਡਾ ਅਤੇ ਅਮਰੀਕਾ ਦੇ ਵਾਂਗ ਆਸਟ੍ਰੇਲੀਆ ਵਿੱਚ ਵੀ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ। ਇਸ ਲਈ ਆਸਟ੍ਰੇਲੀਆ ਨੇ ਵੀ ਅਮਰੀਕਾ ਤੇ ਕੈਨੇਡਾ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਆਸਟ੍ਰੇਲੀਆ ਵਿੱਚ ਪਿਛਲੇ ਸਾਲ ਸਟੱਡੀ ਵੀਜ਼ਿਆਂ ਵਿੱਚ 70,000 ਦੀ ਕਮੀ ਆਈ ਸੀ, ਉੱਥੇ ਇਸ ਸਾਲ ਆਸਟ੍ਰੇਲੀਆ ਦੇ ਵਿੱਚ PR ਲੈਣ ਵਾਲਿਆਂ ਦੀ ਗਿਣਤੀ 25% ਤੱਕ ਘਟਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਾਲ ਮਈ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਭਾਰਤੀ ਪ੍ਰਵਾਸੀਆਂ ਲਈ ਵੱਡੀਆਂ ਤਬਦੀਲੀਆਂ ਲਿਆ ਸਕਦੀਆਂ ਹਨ। ਖਾਸ ਤੌਰ ਤੇ ਵਿਰੋਧੀ ਗੱਠਜੋੜ ਵੱਲੋਂ ਸਖਤ ਇਮੀਗ੍ਰੇਸ਼ਨ ਅਤੇ ਸਿੱਖਿਆ ਸੁਧਾਰਾਂ ਦਾ ਪ੍ਰਸਤਾਵ ਰੱਖਣ ਦੇ ਨਾਲ ਵਿਰੋਧੀ ਪਾਰਟੀ ਨੇ ਸਥਾਈ ਪ੍ਰਵਾਸ ਨੂੰ 25% ਤੱਕ ਘਟਾਉਣ ਅਤੇ ਮੈਟਰੋਪੋਲੀਟਨ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਖਤ ਸੀਮਾਵਾਂ ਲਗਾਉਣ ਦਾ ਦਾਅਵਾ ਕੀਤਾ ਹੈ ਜਿਸ ਨਾਲ ਆਸਟ੍ਰੇਲੀਆ 'ਚ ਵਸਣ ਦੀ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਭਾਰਤੀਆਂ ਦੀਆਂ ਇੱਛਾਵਾਂ ਤੇ ਸੰਭਾਵੀ ਤੌਰ ਤੇ ਰੁਕਾਵਟ ਆਵੇਗੀ। ਖਾਸ ਕਰਕੇ ਪੰਜਾਬੀ ਮੂਲ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋਣਗੇ ਜੋ ਪੜ੍ਹਾਈ ਅਤੇ PR ਲਈ ਆਸਟ੍ਰੇਲੀਆ ਜਾਂਦੇ ਹਨ। ਅਗਲੇ 2 ਸਾਲਾਂ ਲਈ ਆਸਟ੍ਰੇਲੀਆ ਲਈ ਸਥਾਈ ਪ੍ਰਵਾਸ ਦੀ ਗਿਣਤੀ ਜਿਹੜੀ ਹੈ 1,85,000 ਤੋਂ ਘਟ ਕੇ 1,40,000 ਪ੍ਰਤੀ ਸਾਲ ਕਰਨ ਦੀ ਯੋਜਨਾ ਹੈ। ਉੱਥੇ ਸੱਤਾਧਾਰੀ ਪਾਰਟੀ ਲੇਬਰ ਨੇ ਪ੍ਰਵਾਸ ਲਈ ਦਰਵਾਜ਼ੇ ਖੋਲ ਦਿੱਤੇ ਸਨ। ਲੇਬਰ ਦੇ ਪਹਿਲੇ 2 ਸਾਲਾਂ ਵਿੱਚ ਰਿਕਾਰਡ 10 ਲੱਖ ਪ੍ਰਵਾਸੀ ਆਸਟ੍ਰੇਲੀਆ ਪਹੁੰਚੇ ਜਿਨ੍ਹਾਂ ਵਿੱਚੋਂ 40% ਪੰਜਾਬੀ ਸਨ। ਉਸ ਸਮੇਂ ਦੌਰਾਨ ਸਿਰਫ 3,50,000 ਘਰ ਬਣਾਏ ਗਏ ਪਰ ਮੰਗ ਸਪਲਾਈ ਨਾਲੋਂ ਕਿਤੇ ਵੱਧ ਗਈ। ਚੋਣਾਂ ਦੌਰਾਨ ਇਹ ਮੁੱਦਾ ਇੰਨਾ ਗਰਮ ਹੋ ਗਿਆ ਕਿ ਵਿਰੋਧੀ ਪਾਰਟੀ ਨੇ ਮੌਜੂਦਾ ਆਸਟ੍ਰੇਲੀਅਨ ਘਰ ਖਰੀਦਣ ਵਾਲੇ ਵਿਦੇਸ਼ੀ ਨਿਵੇਸ਼ਕਾਂ ਤੇ 2 ਸਾਲ ਦੀ ਪਾਬੰਦੀ ਲਗਾਉਣ ਦਾ ਵਾਅਦਾ ਕੀਤਾ। ਸ਼ਹਿਰ ਦੇ ਕਿਰਾਏ ਦੇ ਬਾਜ਼ਾਰਾਂ ਤੇ ਦਬਾਅ ਨੂੰ ਘੱਟ ਕਰਨ ਲਈ ਵਿਦੇਸ਼ੀ ਵਿਦਿਆਰਥੀਆਂ ਤੇ ਸਖਤ ਸੀਮਾਵਾਂ ਨਿਰਧਾਰਤ ਕਰਨ ਲਈ ਪ੍ਰਮੁੱਖ ਮੈਟਰੋਪੋਲੀਟਨ ਯੂਨੀਵਰਸਿਟੀਆਂ ਨਾਲ ਕੰਮ ਕਰੇਗਾ। ਵਿਰੋਧੀ ਪਾਰਟੀਆਂ ਮੁਤਾਬਕ ਉਹ 5 ਸਾਲਾਂ ਵਿੱਚ 1 ਲੱਖ ਤੋਂ ਵੱਧ ਘਰਾਂ ਨੂੰ ਖਾਲੀ ਕਰਵਾਉਣਗੇ। ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਪਹਿਲਾਂ ਹੀ ਘਟ ਰਹੀ ਹੈ। ਇਸ ਨੇ 2024 ਵਿੱਚ ਵਿਦਿਆਰਥੀ ਵੀਜ਼ਾ ਆਮਦ ਵਿੱਚ 25% ਦੀ ਗਿਰਾਵਟ ਦਰਜ ਕੀਤੀ ਜੋ ਪਿਛਲੇ ਸਾਲ ਦੇ 2,78,000 ਤੋਂ ਘਟ ਕੇ 2,07,000 ਰਹਿ ਗਈ ਹੈ। ਟਰੰਪ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਦਰਮਿਆਨ ਭਾਰਤ ਨਾਲ ਸੰਬੰਧਿਤ ਕੁਝ ਨਵੇਂ ਆંકੜੇ ਸਾਹਮਣੇ ਆਏ ਹਨ। ਇਸ ਅਨੁਸਾਰ 2023 ਦੇ ਵਿੱਚ ਭਾਰਤ ਤੋਂ 7,000 ਤੋਂ ਵੱਧ ਵਿਦਿਆਰਥੀ ਅਤੇ ਸੈਲਾਨੀ ਅਮਰੀਕਾ ਵਿੱਚ ਨਿਰਧਾਰਤ ਸਮੇਂ ਤੋਂ ਵੱਧ ਸਮੇਂ ਲਈ ਠਹਿਰੇ। ਇਹ ਜਾਣਕਾਰੀ ਅਮਰੀਕੀ ਸੰਸਦ ਮੈਂਬਰਾਂ ਨੂੰ ਇੱਕ ਮਾਹਰ ਨੇ ਦਿੱਤੀ ਹੈ। ਉਹਨਾਂ ਨੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਕਈ ਸੁਧਾਰਾਂ ਦਾ ਸੁਝਾਅ ਦਿੱਤਾ ਜਿਨ੍ਹਾਂ ਵਿੱਚ H-1B ਵੀਜ਼ਾ ਨਾਲ ਸੰਬੰਧਿਤ ਸੁਧਾਰ ਵੀ ਸ਼ਾਮਲ ਹਨ।
ਸੈਂਟਰ ਫॉर ਇਮੀਗ੍ਰੇਸ਼ਨ ਸਟੱਡੀਜ਼ ਦੀ ਜੈਸਿਕਾ ਐਮ ਵੋਨ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਨਿਆਂਪਾਲਿਕਾ ਸੰਬੰਧੀ ਕਮੇਟੀ ਨੂੰ ਦੱਸਿਆ ਕਿ ਨਿਰਧਾਰਤ ਸਮੇਂ ਤੋਂ ਵੱਧ ਠਹਿਰਨ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ F ਅਤੇ M ਸ਼੍ਰੇਣੀ ਦੇ ਵੀਜ਼ਾ ਧਾਰਕਾਂ ਦੀ ਰਹੀ ਹੈ। F1 ਤਹਿਤ ਵੀਜ਼ੇ ਵਿੱਚ ਕਿਸੇ ਵਿਅਕਤੀ ਨੂੰ ਇੱਕ ਮਾਨਤਾ ਪ੍ਰਾਪਤ ਕਾਲਜ, ਯੂਨੀਵਰਸਿਟੀ, ਸੈਮੀਨਾਰ, ਕੰਜ਼ਰਵੇਟਰੀ, ਅਕੈਡਮੀ ਲਈ ਹਾਈ ਸਕੂਲ, ਐਲੀਮੈਂਟਰੀ ਸਕੂਲ ਜਾਂ ਹੋਰ ਵਿਦਿਅਕ ਸੰਸਥਾ ਜਾਂ ਭਾਸ਼ਾ ਸਿਖਲਾਈ ਪ੍ਰੋਗਰਾਮ ਵਿੱਚ ਪੂਰੇ ਸਮੇਂ ਦੇ ਵਿਦਿਆਰਥੀ ਵਜੋਂ ਅਮਰੀਕਾ ਵਿੱਚ ਰਹਿਣ ਦੀ ਆਗਿਆ ਮਿਲਦੀ ਹੈ। M1 ਵੀਜ਼ਾ ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜੋ ਭਾਸ਼ਾ ਸਿਖਲਾਈ ਤੋਂ ਇਲਾਵਾ ਕਿੱਤਾ ਮੁਖੀ ਜਾਂ ਹੋਰ ਗੈਰ ਅਕੈਡਮਿਕ ਪ੍ਰੋਗਰਾਮਾਂ ਵਿੱਚ ਪੜ੍ਹਾਈ ਕਰ ਰਹੇ ਹਨ। वो ने बुधवार ਨੂੰ ਕਿਹਾ ਕਿ 4 ਦੇਸ਼ਾਂ ਬ੍ਰਾਜ਼ੀਲ, ਚੀਨ, ਕੋਲੰਬੀਆ ਤੇ ਭਾਰਤ ਦੇ 2,000 ਤੋਂ ਵੱਧ ਨਾਗਰਿਕ 2023 ਵਿੱਚ ਆਪਣੇ ਵਿਦਿਆਰਥੀ ਐਕਸਚੇਂਜ ਵੀਜ਼ਾ ਦੀ ਮਿਆਦ ਤੋਂ ਵੱਧ ਸਮੇਂ ਤੱਕ ਠਹਿਰੇ। ਇਨ੍ਹਾਂ ਦੇਸ਼ਾਂ ਵਿੱਚ ਭਾਰਤੀਆਂ ਦੀ ਸੰਖਿਆ ਸਭ ਤੋਂ ਵੱਧ ਹੈ ਜੋ ਹੈ 7,000। ਉਹਨਾਂ ਨੇ ਕਿਹਾ ਵੀਜ਼ਾ ਜਾਰੀ ਕਰਨ ਦੀਆਂ ਨੀਤੀਆਂ ਵਿੱਚ ਸੁਧਾਰ ਦੀ ਲੋੜ ਹੈ ਅਤੇ ਅੰਦਰੂਨੀ ਲਾਗੂਕਰਨ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੰਸਦ ਨੂੰ ਕਈ ਮਹੱਤਵਪੂਰਨ ਤਰੀਕਿਆਂ ਨਾਲ ਕਾਨੂੰਨ ਵਿੱਚ ਸੋਧ ਕਰਨੀ ਚਾਹੀਦੀ ਹੈ। ਅਮਰੀਕੀ ਫੌਜ ਨੇ ਵੀਰਵਾਰ ਨੂੰ ਸੀਰੀਆ ਦੇ ਉੱਤਰ ਪੱਛਮੀ ਹਿੱਸੇ 'ਚ ਹਵਾਈ ਹਮਲੇ 'ਚ ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਦੇ ਸੀਨੀਅਰ ਅੱਤਵਾਦੀ ਮੁਹੰਮਦ ਸਲਾਹ ਅਲ-ਜਬੀਰ ਨੂੰ ਮਾਰ ਦਿੱਤਾ। US ਸੈਂਟਰਲ ਕਮਾਂਡ ਨੇ ਕਿਹਾ ਕਿ ਇਹ ਹਮਲਾ ਅੱਤਵਾਦੀ ਗਤੀਵਿਧੀਆਂ ਵਿੱਚ ਵਿਘਨ ਪਾਉਣ ਅਤੇ ਉਹਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ਾਂ ਦਾ ਹਿੱਸਾ ਸੀ। ਜਬੀਰ ਹੁਰਾਸ ਅਲ-ਦੀਨ ਸਮੂਹ ਨਾਲ ਜੁੜਿਆ ਸੀ ਜੋ ਅਲ-ਕਾਇਦਾ ਨਾਲ ਸੰਬੰਧਿਤ ਹੈ। ਦੂਜੇ ਪਾਸੇ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਇਜ਼ਰਾਈਲੀ ਹਵਾਈ ਹਮਲੇ 'ਚ ਉਹਨਾਂ ਦੇ ਫੌਜ ਮੁਖੀ ਮੁਹੰਮਦ ਦਾਫਿਦ ਦੀ ਮੌਤ ਹੋ ਗਈ। ਇਹ ਪੁਸ਼ਟੀ ਇਜ਼ਰਾਈਲ ਡਿਫੈਂਸ ਫੋਰਸਿਸ ਦੇ ਐਲਾਨ ਦੇ ਮਹੀਨਿਆਂ ਬਾਅਦ ਆਈ ਹੈ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਹਮਾਸ ਦੇ ਬੁਲਾਰੇ ਨੇ ਵੀਡੀਓ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ। 7 ਅਕਤੂਬਰ 2023 ਨੂੰ ਹਮਾਸ ਨੇ ਦੱਖਣੀ ਇਜ਼ਰਾਈਲ ਤੇ ਹਮਲਾ ਕੀਤਾ ਜਿਸ ਵਿੱਚ 1200 ਤੋਂ ਵੱਧ ਲੋਕ ਮਾਰੇ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ। 200 ਤੋਂ ਵੱਧ ਲੋਕ ਅਗਵਾ ਹੋ ਗਏ। ਇਸ ਦੇ ਜਵਾਬ 'ਚ ਇਜ਼ਰਾਈਲ ਨੇ ਹਮਾਸ ਦੇ ਵਿਰੁੱਧ ਗਾਜ਼ਾ 'ਚ ਵੱਡੀ ਕਾਰਵਾਈ ਕੀਤੀ ਜਿਸ ਵਿੱਚ 44,000 ਤੋਂ ਵੱਧ ਫਲਸਤੀਨੀ ਮਾਰੇ ਗਏ। ਹਾਲ ਹੀ 'ਚ ਗਾਜ਼ਾ 'ਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਤੇ ਸਹਿਮਤੀ ਬਣੀ ਸੀ। ਇਸ ਸਮਝੌਤੇ ਤਹਿਤ ਬੰਦਕਾਂ ਅਤੇ ਕੈਦੀਆਂ ਦੀ ਅਦਲਾ ਬਦਲੀ ਹੋਈ ਹੈ। ਵੀਰਵਾਰ ਨੂੰ ਹਮਾਸ ਨੇ 110 ਫਲਸਤੀਨੀ ਕੈਦੀਆਂ ਦੇ ਬਦਲੇ ਇਜ਼ਰਾਈਲ ਤੋਂ 8 ਬੰਦਕਾਂ ਨੂੰ ਰਿਹਾ ਕਰ ਦਿੱਤਾ। ਇਹਨਾਂ ਵਿੱਚ 5 ਥਾਈ ਖੇਤੀਬਾੜੀ ਕਾਮੇ ਅਤੇ 3 ਜਰਮਨ ਇਜ਼ਰਾਈਲੀ ਨਾਗਰਿਕ ਸ਼ਾਮਲ ਸਨ। ਹਾਲ ਹੀ 'ਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਤੇ ਸਹਿਮਤੀ ਬਣੀ। ਇਸ ਸਮਝੌਤੇ ਅਧੀਨ ਬੰਦਕਾਂ ਅਤੇ ਕੈਦੀਆਂ ਦੀ ਅਦਲਾ ਬਦਲੀ ਹੋਈ। ਉਧਰ ਹੀ ਹਮਾਸ ਨੇ 110 ਫਲਸਤੀਨੀ ਕੈਦੀਆਂ ਦੇ ਬਦਲੇ ਇਜ਼ਰਾਈਲ ਤੋਂ 8 ਬੰਦਕ ਰਿਹਾ ਕਰਵਾਏ। ਇਹਨਾਂ 'ਚ 5 ਥਾਈ ਖੇਤੀਬਾੜੀ ਮਜ਼ਦੂਰ ਅਤੇ 3 ਜਰਮਨ ਇਜ਼ਰਾਈਲੀ ਨਾਗਰਿਕ ਸ਼ਾਮਲ ਸਨ। ਅਮਰੀਕਾ ਦੇ 2 ਸੂਬਿਆਂ ਓਰੇਗਨ ਅਤੇ ਵਾਸ਼ਿੰਗਟਨ ਤੋਂ ਲੇਸ ਕਲਾਸਿਕ ਪੋਟੈਟੋ ਚਿਪਸ ਵਾਪਸ ਲੈ ਲਏ ਗਏ ਹਨ। ਅਮਰੀਕਾ ਦੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਯਾਨੀ FDA ਲੇਸ ਦੇ ਕਲਾਸਿਕ ਚਿਪਸ ਨੂੰ ਵਾਪਸ ਲੈ ਰਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸਲੌਟ ਦੇ ਉਤਪਾਦ ਵਿੱਚ ਇੱਕ ਅਜਿਹੀ ਚੀਜ਼ ਮਿਲਾਈ ਗਈ ਹੈ ਜਿਸ ਬਾਰੇ ਪੈਕੇਟ ਉੱਤੇ ਜਾਣਕਾਰੀ ਨਹੀਂ ਦਿੱਤੀ ਗਈ ਜੋ ਕਿ ਬਹੁਤ ਸਾਰੇ ਲੋਕਾਂ ਦੀ ਸਿਹਤ ਲਈ ਗੰਭੀਰ ਸੰਕਟ ਪੈਦਾ ਕਰ ਸਕਦਾ ਹੈ। ਅਮਰੀਕਾ ਵਿੱਚ ਲਗਭਗ 49 ਲੱਖ ਲੋਕਾਂ ਨੂੰ ਦੁੱਧ ਤੋਂ ਐਲਰਜੀ ਦੀ ਸਮੱਸਿਆ ਹੈ। ਖਾਸ ਕਰ ਅਮਰੀਕੀ ਬੱਚਿਆਂ ਵਿੱਚ ਦੁੱਧ ਤੋਂ ਐਲਰਜੀ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਦੁੱਧ ਤੋਂ ਹੋਣ ਵਾਲੀ ਐਲਰਜੀ ਦੇ ਲੱਛਣ ਆਮ ਤੋਂ ਗੰਭੀਰ ਹੋ ਸਕਦੇ ਹਨ। ਇਸ ਦੌਰਾਨ ਘਬਰਾਹਟ, ਉਲਟੀ, ਪਿੱਤ ਬਣਨਾ ਅਤੇ ਹਾਜ਼ਮੇ ਨਾਲ ਸੰਬੰਧਿਤ ਸਮੱਸਿਆਵਾਂ ਸ਼ਾਮਲ ਹਨ। ਦੁੱਧ ਪੀਣ ਕਾਰਨ ਹੋਣ ਐਲਰਜੀ ਦੇ ਗੰਭੀਰ ਮਾਮਲਿਆਂ ਵਿੱਚ ਐਨਾਫਿਲੈਕਸਿਸ ਹੋ ਸਕਦਾ ਹੈ। ਇਹ ਇੱਕ ਜਾਨਲੇਵਾ ਸਥਿਤੀ ਹੈ ਜੋ ਸਰੀਰ ਵਿੱਚ ਹਵਾ ਦੇ ਰਸਤੇ ਨੂੰ ਸੰਕੀਰਨ ਕਰ ਦਿੰਦੀ ਹੈ ਅਤੇ ਇਸ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ ਆਉਂਦੀ ਹੈ। ਅਮਰੀਕਾ ਵਿੱਚ ਮੂੰਗਫਲੀ ਅਤੇ ਦਰਖਤਾਂ ਤੋਂ ਮਿਲਣ ਵਾਲੇ ਨਟਸ ਦੇ ਬਾਅਦ ਦੁੱਧ ਐਨਾਫਿਲੈਕਸਿਸ ਦੀ ਤੀਸਰਾ ਸਭ ਤੋਂ ਆਮ ਭੋਜਨ ਐਲਰਜੀ ਹੈ। ਅਨੁਮਾਨ ਹੈ ਕਿ ਹਰ ਸਾਲ ਐਨਾਫਿਲੈਕਸਿਸ ਨਾਲ ਸੰਬੰਧਿਤ ਘਟਨਾਵਾਂ ਕਾਰਨ ਅਮਰੀਕਾ ਦੇ ਵਿੱਚ 500 ਤੋਂ 1000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਬੱਚਿਆਂ ਵਿੱਚ ਦੁੱਧ ਵਾਲੀ ਐਲਰਜੀ ਧੀਮੀ ਪ੍ਰਤੀਕਿਰਿਆ ਦਿੰਦੀ ਹੈ। ਇਸ ਦਾ ਅਰਥ ਹੈ ਕਿ ਲੱਛਣ ਸਮੇਂ ਦੇ ਨਾਲ-ਨਾਲ ਦਿਖਾਈ ਦਿੰਦੇ ਹਨ। ਇਸ ਲਈ ਕੁਝ ਘੰਟਿਆਂ ਤੋਂ ਕਈ ਦਿਨਾਂ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਪੈਕੇਟ ਦੇ ਵਿੱਚ ਇਸ ਦੀ ਮਿਲਾਵਟ ਕੀਤੀ ਗਈ ਹੈ ਜਿਸ ਨੂੰ ਸ਼ੋਅ ਨਹੀਂ ਕੀਤਾ ਗਿਆ। ਇਸੇ ਕਰਕੇ ਹੁਣ ਇਸ ਨੂੰ ਵਾਪਸ ਬੁਲਾ ਲਿਆ ਗਿਆ ਹੈ।
बेशक भारत विच मरहूम मनुखी अधिकार कारकुन जसवंत सिंह खालड़ा उपर बनी फिल्म रिलीज नहीं हो सकी, पर अमेरिका विच उन्हां नूं वड्डा सन्मान मिलिया है। कैलिफोर्निया दे फ्रिजनो विच एक नवे बने सरकारी एलीमेंटरी स्कूल दा नाम जसवंत सिंह खालड़ा दे नाम ते रखिया जा रहा है। यह फैसला मंगलवार देर रात फ्रिजनो दे सेंट्रल यूनिफाइड स्कूल डिस्ट्रिक्ट दी एक मीटिंग विच लिया गया। यह अमेरिका दा पहला स्कूल होएगा जो किसी सिख दे नाम ते रखिया गया है। दस दिए कि भारत में जसवंत सिंह खालड़ा के जीवन ते आधारित बायोपिक पंजाब 95 अजे भी सरकारी प्रमाणगी की उड़ीक कर रही है। यह फिल्म 1 साल तो बाद समय तो रिलीज की उड़ीक कर रही है। अदाकार दलजीत दोसांझ फिल्म दे विच खालड़ा की भूमिका निभा रहे हैं। परिवार यह भी चाहता है कि खालड़ा के जीवन ते बनी फिल्म नूं बिना किसी कटौती के मंजूरी दी जाए, क्योंकि यह फिल्म पूरी तरह तथ्यां ते अदालती कार्रवाई ते आधारित है। मिली जानकारी अनुसार मंगलवार शाम नूं यानी अमरीकी समय अनुसार CUCD मैंबरां दी एक मीटिंग हुई। इस बोर्ड विच कुल 7 मैंबर हैं, जिन्हां विचों 6 मैंबरां ने स्कूल दा नाम जसवंत सिंह खालड़ा दे नाम ते रखण दी सहमति प्रगटाई ते इस दे हक विच वोट पाई, जबकि एक मैंबर वोटिंग तो दूर रहा। सेंट्रल यूनिफाइड स्कूल बोर्ड के चेयरमैन नैनदीप सिंह चंद ने कहा कि अमेरिका का पहला पब्लिक स्कूल होने की संभावना है जिसका नाम किसी सिख व्यक्ति के नाम से रखा जाएगा। चेयरमैन नैनदीप सिंह ने कहा कि स्कूल की उसारी का काम पहला ही शुरू हो चुका है तो इसका उद्घाटन सितंबर 2025 में किया जाएगा। फ्रिजनो विच खालड़ा के नाम से पहला ही एक पार्क है ते स्थानक लोग उन्हां दे संघर्ष ते मनुखी अधिकारां लई कीते यत्नां तो चंगी तरह जाणू हन। अमेरिका विच ना सिर्फ सिख भाईचारा सगों होर भाईचारिਆਂ ਦੇ लोग भी उन्हां दा सत्कार करते हैं। ਇਹ ਸਾਂਝੀ देश विदेश नाल जुड़ियां होईयां कुछ खास ते चोणवीਆਂ खबरां होर अपडेट्स जुड़े रहने लई तुसीं बने ਰਹੋ पंजाब मेल USA TV दे नाल। तुहाडे सब दा बहुत बहुत धन्नवाद।